ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਵਿਚਾਰ ਵਟਾਂਦਰਾ ਕਰਾਂਗੇ। ਹਰ ਇੱਕ ਦੀ ਜ਼ਿੰਦਗੀ ਨਾਲ ਉਹ ਵਿਸ਼ੇ ਜੁੜਿਆ ਹੋਇਆ ਹੈ। ਸਾਡੀ ਜ਼ਿੰਦਗੀ 'ਚ ਬਹੁਤ ਉਤਾਰ ਚੜਾਵ ਆਉਂਦੇ ਹਨ, ਦੁੱਖ ਬਹੁਤ ਆਉਂਦੇ ਹਨ, ਮੁਸੀਬਤਾਂ ਆਉਂਦੀਆਂ ਹਨ, ਨੁਕਸਾਨ ਹੁੰਦਾ ਹੈ, ਰਿਸ਼ਤੇ ਟੁੱਟ ਜਾਂਦੇ ਹਨ ਤੇ ਅਸੀਂ ਹਮੇਸ਼ਾ ਦੂਜੇ ਵੱਲ ਉਂਗਲੀ ਉਠਾਉਂਦੇ ਹਾਂ ਕਿ ਉਹਦੀ ਵਜ੍ਹਾ ਨਾਲ ਹੋ ਗਿਆ, ਮੈਂ ਕੁਝ ਨਹੀਂ ਕੀਤਾ ਲੇਕਿਨ ਉਹਨੇ ਕੀਤਾ ਤਾਂ ਇੰਜ ਹੋ ਗਿਆ। ਤੇ ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਜੇ ਅਸੀਂ ਇੱਕ ਉਂਗਲੀ ਕਿਸੇ ਵੱਲ ਉਠਾ ਰਹੇ ਹਾਂ ਤੇ ਫਿਰ ਸਾਡੀਆਂ ਬਾਕੀ ਉਂਗਲੀਆਂ ਸਾਡੇ ਵੱਲ ਵਾਪਸ ਆ ਰਹੀਆਂ ਹਨ। ਅਸੀਂ ਆਪਣੇ ਵੱਲ ਕਦੀ ਨਹੀਂ ਦੇਖਦੇ ਕਿ ਮੇਰੇ ਕਰਨੇ ਨਾਲ ਇਹ ਹੋਇਆ ਹੈ। ਅਸੀਂ ਇਹੀ ਕਹਿੰਦੇ ਹਾਂ ਕਿ ਉਹਨੇ ਕੀਤਾ ਤਾਂ ਇਹ ਹੋਇਆ ਹੈ। ਦੂਜੇ ਵੱਲ ਦੂਜੇ ਨੂੰ ਦੋਸ਼ ਦੇਈਦਾ ਹੈ, ਲੇਕਿਨ ਦੋਸ਼ ਸਾਡਾ ਆਪਣਾ ਹੀ ਹੈ। ਬੀਜ ਅਸੀਂ ਹੀ ਪਾਏ ਹਨ ਔਰ ਉਹ ਬੀਜ ਕੱਟਣ ਦਾ ਸਮੇਂ ਆ ਗਿਆ ਹੈ ਤੇ ਹੁਣ ਅਸੀਂ ਕਹਿ ਰਹੇ ਹਾਂ ਕਿ ਅਸੀਂ ਤੇ ਨਹੀਂ ਪਾਏ, ਲੇਕਿਨ ਐਸਾ ਨਹੀਂ ਹੈ। ਗੁਰਬਾਣੀ ਇਸ ਗੱਲ ਦਾ ਨਿਰਣਾ ਕਰਦੀ ਹੈ ਕਿ ਆਪੇ ਬੀਜ ਆਪੇ ਹੀ ਖਾ। ਆਪ ਹੀ ਤੂੰ ਬੀਜਿਆ ਹੈ ਤੇ ਤੂੰ ਆਪ ਹੀ ਖਾਣਾ ਹੈ। ਜੋ ਬੀਜ ਤੂੰ ਪਾਇਆ ਹੈ ਉਹ ਤੂੰ ਹੀ ਵੱਢਣਾ ਹੈ, ਕੋਈ ਹੋਰ ਨਹੀਂ ਵੱਢੇਗਾ ਤੇਰੇ ਹਿੱਸੇ ਵਿੱਚ। ਇਹ ਗੁਰਬਾਣੀ ਦਾ ਫੈਸਲਾ ਹੈ। ਬੀਜ ਪਾਣ ਲੱਗਿਆ ਤੇ ਅਸੀਂ ਸੋਚਦੇ ਨਹੀਂ ਅਸੀਂ ਕਿਸ ਚੀਜ਼ ਦਾ ਬੀਜ ਪਾ ਰਹੇ ਹਾਂ। ਅਗਰ ਅਸੀਂ ਕਿੱਕਰ ਬੀਜਿਆ ਹੈ ਤੇ ਫਿਰ ਅੰਬ ਨਹੀਂ ਮਿਲਣਗੇ। ਕੋਈ ਬੀਜ ਬਹੁਤ ਜਲਦੀ ਫਲ ਦਿੰਦੇ ਹਨ ਤੇ ਕੋਈ ਬੀਜ ਬਹੁਤ ਸਮੇਂ ਬਾਅਦ ਫਲ ਦਿੰਦੇ ਹਨ। ਇਹ ਹੋ ਸਕਦਾ ਹੈ ਕਿ ਅੱਜ ਅਸੀਂ ਜੋ ਕਰਮ ਕੀਤਾ, ਜੋ ਬੀਜ ਬੀਜਿਆ ਅੱਜ, ਉਹ ਸਾਨੂੰ ਅਗਲੇ ਜਨਮ 'ਚ ਫਲ ਦੇਵੇ ਜਾਂ ਐਸੇ ਜਨਮ 'ਚ ਦੇਵੇ ਜਾਂ ਕੁਝ ਸਮੇਂ ਬਾਅਦ ਦੇਵੇ, ਲੇਕਿਨ ਫਲ ਮਿਲਣਾ ਤੇ ਤੈਅ ਹੈ। ਫਲ ਤੋਂ ਅਸੀਂ ਬਚ ਨਹੀਂ ਸਕਦੇ। ਐਸੇ ਲਈ ਗ੍ਰੰਥਾਂ ਵਿੱਚ ਕਿਹਾ ਗਿਆ ਕਿ ਨਿਸ਼ਕਾਮ ਕਰਮ ਕਰ, ਫਲ ਦੀ ਇੱਛਾ ਹੀ ਨਾ ਕਰ। ਜੇ ਤੂੰ ਫਲ ਦੀ ਇੱਛਾ ਕਰੇਗਾ, ਅੱਛਾ ਜਾਂ ਬੁਰਾ, ਉਹ ਭੋਗਣ ਲਈ ਤੈਨੂੰ ਫਿਰ ਧਰਤੀ ਤੇ ਆਣਾ ਪਏਗਾ। ਚਾਹੇ ਤੂੰ ਅੱਛੇ ਕਰਮ ਨੂੰ ਵਾਪਸ ਪਾਉਣ ਦੀ ਇੱਛਾ ਕਰ ਰਿਹਾ ਹੈ, ਉਹ ਵੀ ਭੋਗਣ ਆਣਾ ਪਏਗਾ। ਫਿਰ ਜੇ ਅੱਛਾ ਕਰਮ ਭੋਗਣ ਆਏਗਾ ਤੇ ਫਿਰ ਹੋਰ ਕਈ ਗਲਤ ਕਰਮ ਹੋ ਜਾਣਗੇ ਤੇ ਜੋ ਬੀਜ ਰਿਹਾ ਉਹ ਤੈਨੂੰ ਖਾਣਾ ਹੀ ਪਏਗਾ। ਤੇ ਕਦੋਂ ਐਸਾ ਸਮਾਂ ਆਏਗਾ ਕਿ ਜਿਹੜੇ ਬੀਜ ਨੇ ਉਹ ਸਾਰੇ ਬੀਜ ਹੀ ਖਤਮ ਹੋ ਜਾਣ ਤੇ ਫਿਰ ਆਵਾਜਾਨ ਦਾ ਆਵਾਗਮਨ ਦਾ ਚੱਕਰ ਹੀ ਮੁੱਕ ਜਾਏ, ਕਿਉਂਕਿ ਜਦ ਤੱਕ ਬੀਜ ਹਨ ਉਹ ਬੀਜ ਅੰਕੁਰਿਤ ਹੁੰਦੇ ਹੀ ਰਹਿਣਗੇ। ਤੇ ਜਿਸ ਜਨਮ ਵਿੱਚ ਆਤਮਾ ਇਹ ਸਿੱਖ ਲੈਂਦੀ ਹੈ ਕਿ ਮੈਂ ਅੱਛੇ ਬੁਰੇ ਜੋ ਵੀ ਕਰਮ ਕਰ ਰਹੀ ਹਾਂ, ਮੈਂ ਨਿਸ਼ਕਾਮ ਹੋ ਕੇ ਕਰਨੇ ਹਨ, ਮੈਂ ਕੋਈ ਫਲ ਦੀ ਇੱਛਾ ਨਹੀਂ ਰੱਖਣੀ, ਤੇ ਫਿਰ ਉਹ ਬੀਜ ਜਿਹੜੇ ਹਨ ਉਹ ਨਾਸ਼ ਹੋ ਜਾਂਦੇ ਹਨ। ਤਾਂ ਹੀ ਕਹਿੰਦੇ ਨੇ ਕਿ ਧਿਆਨ ਕਰਨ ਨਾਲ, ਸਾਧਨਾ ਕਰਨ ਨਾਲ, ਸਿਮਰਨ ਕਰਨ ਨਾਲ, ਸੇਵਾ ਕਰਨ ਨਾਲ ਜੋ ਸਾਨੂੰ ਗਿਆਨ ਮਿਲਦਾ ਹੈ, ਉਸ ਗਿਆਨ ਤੇ ਜਿਸ ਵੇਲੇ ਅਸੀਂ ਚੱਲਦੇ ਹਾਂ ਤੇ ਉਹ ਗਿਆਨ ਦੀ ਜਿਹੜੀ ਅਗਨੀ ਹੈ ਉਹ ਸਾਡੇ ਕਰਮਾਂ ਦਾ ਨਾਸ਼ ਕਰਦੀ ਹੈ। ਉਹ ਗਿਆਨ ਜਿਹੜਾ ਸਾਡੀ ਅੰਦਰੋਂ ਆਤਮਾ ਦਾ ਗਿਆਨ ਹੈ, ਬਾਹਰੋਂ ਗਿਆਨ ਨਹੀਂ, ਉਹ ਅੰਦਰ ਦਾ ਗਿਆਨ ਸਾਡੇ ਕਰਮਾਂ ਦਾ ਨਾਸ਼ ਕਰ ਦਿੰਦਾ ਹੈ। ਤੇ ਅਸੀਂ ਐਵੇਂ ਹੀ ਦੂਜਿਆਂ ਨੂੰ ਦੋਸ਼ ਦਿੰਦੇ ਹਾਂ ਕਿ ਉਹਦੀ ਵਜ੍ਹਾ ਕਰਕੇ ਹੋ ਰਿਹਾ, ਉਹਦੀ ਵਜ੍ਹਾ ਕਰਕੇ ਹੋ ਰਿਹਾ। ਇਹ ਹੋ ਸਕਦਾ ਹੈ ਕਿ ਅੱਜ ਅਸੀਂ ਬਹੁਤ ਚੰਗੇ ਕਰਮ ਕਰ ਰਹੇ ਹਾਂ, ਲੇਕਿਨ ਜੋ ਅਸੀਂ ਪਿੱਛੇ ਕਰਕੇ ਆਏ ਹਾਂ ਉਹ ਵੀ ਤੇ ਅਸੀਂ ਭੋਗਨੇ ਹਨ। ਤੇ ਲੋਕੀ ਇੱਕ ਇਹ ਬਹੁਤ ਹੀ ਗੱਲ ਕਰਦੇ ਹਨ ਕਿ ਜਿਹੜੇ ਲੋਕ ਜ਼ਿਆਦਾ ਪਾਠ ਪੂਜਾ ਕਰਦੇ ਹਨ, ਜ਼ਿਆਦਾ ਪਰਮਾਤਮਾ ਦੇ ਰਾਹ ਤੇ ਚੱਲਦੇ ਹਨ, ਉਹਨਾਂ ਨੂੰ ਜ਼ਿਆਦਾ ਦੁੱਖ ਹੁੰਦੇ ਹਨ। ਇਹ ਸੋਚ ਵੀ ਗਲਤ ਹੈ। ਅੱਜ ਜੋ ਅਸੀਂ ਬੀਜ ਪਾਇਆ ਹੈ ਉਹਦੀ ਫਸਲ ਸਮੇਂ ਆਉਣ ਤੇ ਅਸੀਂ ਵੱਢਾਂਗੇ, ਲੇਕਿਨ ਜੋ ਅਸੀਂ ਪਹਿਲੇ ਬੀਜ ਪਾ ਚੁੱਕੇ ਹਾਂ ਉਹ ਫਸਲ ਤੇ ਅਸੀਂ ਹੀ ਵੱਢਣੀ, ਕਿਸੇ ਹੋਰ ਨੇ ਤੇ ਨਹੀਂ ਵੱਢਣੀ। ਅੱਜ ਹੁਣ ਅਸੀਂ ਬੀਜ ਪਾਈਏ ਤੇ ਅਸੀਂ ਕਹੀਏ ਅੱਜ ਹੀ ਫਸਲ ਹੋ ਜਾਏ, ਤੇ ਅੱਜ ਨਹੀਂ ਹੋ ਸਕਦੀ ਫਸਲ, ਉਹਨੂੰ ਕੁਝ ਸਮੇਂ ਲੱਗੇਗਾ। ਤੇ ਜਿਹੜੇ ਸਾਡੇ ਕਰਮ ਅਸੀਂ ਇਕੱਠੇ ਕਰਕੇ ਆਏ ਹੋਏ ਆ, ਜਿਹੜੇ ਪਹਿਲੇ ਬੀਜ ਪਾਏ ਨੇ, ਜਿਹੜੀ ਫਸਲ ਪੱਕ ਕੇ ਤਿਆਰ ਖੜੀ ਹੈ, ਉਹ ਤੇ ਪਹਿਲੇ ਵੱਢਣੀ ਪਏਗੀ। ਫਿਰ ਅੱਜ ਅਗਰ ਅਸੀਂ ਅੱਛੇ ਕਰਮ ਕਰ ਰਹੇ ਹਾਂ, ਪਾਠ ਪੂਜਾ ਕਰ ਰਹੇ ਹਾਂ, ਸਾਧਨਾ ਕਰ ਰਹੇ ਹਾਂ, ਨਵੇਂ ਬੀਜ ਪਾ ਰਹੇ ਹਾਂ, ਫਿਰ ਸਮਾਂ ਆਏਗਾ ਤੇ ਉਹ ਨਵੀਂ ਫਸਲ ਆਏਗੀ ਤੇ ਫਿਰ ਉਹ ਨਵੀਂ ਫਸਲ ਕੱਟਣੀ ਪਏਗੀ। ਲੇਕਿਨ ਇਹ ਗੱਲ ਸਹੀ ਨਹੀਂ ਹੈ ਕਿ ਜਿਹੜੇ ਪਾਠ ਪੂਜਾ ਕਰਦੇ ਹਨ, ਸਾਧਨਾ ਕਰਦੇ ਹਨ, ਉਹਨਾਂ ਨੂੰ ਜ਼ਿਆਦਾ ਤਕਲੀਫ ਹੁੰਦੀ ਹੈ। ਉਹਨਾਂ ਦੀ ਜਿਹੜੀ ਪੱਕੀ ਫਸਲ ਤਿਆਰ ਖੜੀ ਹੈ ਉਹਨੂੰ ਕੱਟ ਰਹੇ ਹਨ, ਤੇ ਅੱਜ ਜਿਹੜੇ ਉਹਨਾਂ ਨੇ ਇਸ ਜਨਮ ਵਿੱਚ ਬੀਜ ਪਾਏ ਹਨ ਉਹ ਉਹਨਾਂ ਨੂੰ ਅੱਗੋਂ ਫਲ ਦੇਣਗੇ। ਐਸੇ ਲਈ ਗੁਰਬਾਣੀ ਵਿੱਚ ਕਿਹਾ ਗਿਆ, ਆਪੇ ਬੀਜ ਆਪੇ ਹੀ ਖਾ। ਆਪ ਹੀ ਤੂੰ ਬੀਜਣਾ, ਆਪ ਹੀ ਖਾਣਾ ਹੈ। ਇੱਕ ਜਗ੍ਹਾ ਕਹਿੰਦੇ ਹਨ ਸੱਚੇ ਪਾਤਸ਼ਾਹ, ਜਿਹਾ ਬੀਜੇ ਸੋ ਲੁਣੇ, ਕਰਮਾ ਸੰਧੜਾ ਖੇਤ। ਜਿਹਾ ਬੀਜਿਆ ਹੈ ਉਹੀ ਵੱਢਣਾ ਪਏਗਾ, ਉਹੀ ਫਸਲ ਤੈਨੂੰ ਕੱਟਣੀ ਪਏਗੀ, ਕਿਉਂਕਿ ਇਹ ਕਰਮਾਂ ਵਾਲਾ ਖੇਤ ਹੈ। ਇੱਥੇ ਕੋਈ ਕਿਸੇ ਦੀ ਫਸਲ ਨਾ ਕੱਟਦਾ ਹੈ, ਨਾ ਕੋਈ ਕਿਸੇ ਦੇ ਕਰਮ ਭੋਗਦਾ ਹੈ। ਅਗਰ ਸਾਨੂੰ ਇਹ ਲੱਗ ਰਿਹਾ ਹੈ ਕਿ ਉਹਦੀ ਵਜ੍ਹਾ ਕਰਕੇ ਮੇਰਾ ਕੰਮ ਖਰਾਬ ਹੋਇਆ ਹੈ, ਉਹਦੀ ਵਜ੍ਹਾ ਕਰਕੇ ਨਹੀਂ ਖਰਾਬ ਹੋਇਆ।
ਸਾਡੀ ਹੀ ਵਜ੍ਹਾ ਕਰਕੇ ਖਰਾਬ ਹੋਇਆ ਹੈ। ਅਸੀਂ ਜੋ ਕਰਮ ਕੀਤੇ, ਜੋ ਬੀਜ ਪਾਏ, ਉਹ ਹੁਣ ਉਹਨਾਂ ਬੀਜਾਂ ਨੂੰ ਵੱਢਣ ਦਾ ਸਮੇਂ ਆ ਗਿਆ ਹੈ ਤੇ ਜੋ ਬੀਜ ਪਾਇਆ ਹੈ ਉਹੀ ਸਾਨੂੰ ਫਸਲ ਵੱਢਣੀ ਹੀ ਪਏਗੀ, ਹੋਰ ਕੋਈ ਰਸਤਾ ਨਹੀਂ ਹੈ। ਕਹਿੰਦੇ ਹਨ ਜੋ ਜੀ ਹੋਏ ਸੋ ਉਗਵੇ, ਮੂੰਹ ਕਾ ਕੀਆ ਵਾਓ। ਉੱਤੋਂ ਅਸੀਂ ਚੰਗੀਆਂ ਚੰਗੀਆਂ ਗੱਲਾਂ ਕਰ ਸਕਦੇ ਹਾਂ, ਲੇਕਿਨ ਅੰਦਰ ਸਾਡੇ ਕੀ ਚੱਲ ਰਿਹਾ, ਸਾਡੇ ਮਨ ਵਿੱਚ ਕੀ ਹੈ, ਜੀ ਵਿੱਚ ਸਾਡੇ ਕੀ ਹੈ। ਕਿਸੇ ਦਾ ਬੁਰਾ ਕਰ ਰਹੇ ਹਾਂ, ਅੱਛਾ ਕਰ ਰਹੇ ਹਾਂ, ਅੱਛੇ ਕਰਮ ਕਰਨੇ ਦੀ ਸੋਚ ਰਹੇ ਹਾਂ, ਬੁਰੇ ਕਰਮ ਕਰਨ ਦੀ ਸੋਚ ਰਹੇ ਹਾਂ। ਤੇ ਜੋ ਅਸੀਂ ਮਨ ਵਿੱਚ ਸੋਚ ਰਹੇ ਹਾਂ, ਆਪਣੇ ਜੀ ਵਿੱਚ ਜੋ ਸੋਚ ਰਹੇ ਹਾਂ, ਉਹ ਕਰਮ ਦੇ ਬੀਜ ਹਨ, ਉਹੀ ਬੀਜ ਉਗਣਗੇ। ਮੂੰਹ ਤੋਂ ਅਸੀਂ ਕੀ ਕਰ ਰਹੇ ਹਾਂ, ਮੂੰਹ ਤੋਂ ਅਸੀਂ ਤੇ ਇੱਕ ਹਵਾ ਸਾਡੇ ਮੂੰਹ ਚੋਂ ਨਿਕਲ ਰਹੀ ਹੈ ਤੇ ਅਸੀਂ ਬੋਲ ਰਹੇ ਹਾਂ, ਇਹ ਸ਼ਬਦ ਨਿਕਲ ਰਹੇ ਹਨ, ਲੇਕਿਨ ਇਹਨਾਂ ਸ਼ਬਦਾਂ ਦੇ ਪਿੱਛੇ ਜੋ ਊਰਜਾ ਹੈ, ਜੋ એનર્ਜੀ ਹੈ, ਜੋ ਸਾਡੀ ਸੋਚ ਹੈ, ਉਹ ਕੀ ਹੈ, ਉਹ ਬੀਜ ਹਨ। ਉਹ ਸੋਚ ਜਿਹੜੀ ਹੈ ਉਹ ਸਾਡੇ ਬੀਜ ਹਨ। ਉਹ ਸੋਚ ਕੈਸੀ ਹੈ, ਵੈਸੇ ਅਸੀਂ ਖੇਤ ਵਿੱਚ ਬੀਜ ਪਾ ਰਹੇ ਹਾਂ। ਤੇ ਅਗਰ ਅਸੀਂ, ਇਹ ਸਰੀਰ ਕਰਮ ਭੂਮੀ ਹੈ, ਤੇ ਜੇ ਅਸੀਂ ਇਹਦੇ ਵਿੱਚ ਸ਼ੁਭ ਕਰਮਾਂ ਦੇ ਬੀਜ ਨਹੀਂ ਪਾਵਾਂਗੇ ਤੇ ਜਿਹੜੇ ਖਰਪਤਵਾਰ ਹੈ, ਜਿਹੜੇ ਐਵੇਂ ਘਾਹ ਬੂਟੇ ਉਗ ਜਾਂਦੇ ਨੇ, ਉਹਨਾਂ ਨੂੰ ਤੇ ਉਗਾਉਣ ਦੀ ਲੋੜ ਹੀ ਨਹੀਂ, ਉਹ ਤੇ ਆਪੇ ਹੀ ਉਗ ਜਾਂਦੇ ਨੇ। ਅਗਰ ਕੋਈ ਕਿਸਾਨ ਆਪਣੇ ਖੇਤ ਵਿੱਚ ਹਲ ਨਹੀਂ ਵਾਹੁੰਦਾ, ਉਹ ਫਸਲ ਨਹੀਂ ਬੀਜਦਾ, ਤੇ ਉਹ ਕੀ ਹੋਏਗਾ ਕਿ ਘਾਹ ਬੂਟੇ ਤੇ ਆਪੇ ਹੀ ਉਗ ਜਾਣਗੇ। ਤੇ ਜੇ ਅਸੀਂ ਪਰਮਾਤਮਾ ਦੇ ਰਸਤੇ ਤੇ ਚੱਲਣਾ ਹੈ ਤੇ ਅਸੀਂ ਚੰਗੇ ਬੀਜ ਪਾਣੇ ਨੇ, ਸ਼ੁਭ ਕਰਮਾਂ ਦੇ ਬੀਜ ਪਾਣੇ ਨੇ। ਮੂੰਹ ਵਿੱਚੋਂ ਅਸੀਂ ਕੀ ਬੋਲ ਰਹੇ ਹਾਂ ਉਹਦੇ ਨਾਲ ਮਤਲਬ ਨਹੀਂ ਹੈ, ਅਸੀਂ ਅੰਦਰੋਂ ਕੀ ਕਰ ਰਹੇ ਹਾਂ। ਉੱਤੋਂ ਤੇ ਅਸੀਂ ਬਹੁਤ ਚੰਗੇ ਚੰਗੇ ਕੰਮ ਕਰ ਸਕਦੇ ਹਾਂ, ਲੇਕਿਨ ਅੰਦਰ ਸਾਡੇ ਕੀ ਹੈ। ਇਸ ਤਰ੍ਹਾਂ ਤੇ ਸੱਜਣ ਠੱਗ ਨੇ ਵੀ ਧਰਮਸ਼ਾਲ ਬਣਾਈ ਸੀ, ਲੇਕਿਨ ਅੰਦਰ ਕੀ ਕਰ ਰਿਹਾ ਸੀ, ਉਹ ਤੇ ਗੁਰੂ ਨਾਨਕ ਪਾਤਸ਼ਾਹ ਹੀ ਜਾਣਦੇ ਸਨ। ਤੇ ਉਹਨੂੰ ਫਿਰ ਠੱਗ ਨੂੰ ਸੰਤ ਬਣਾਇਆ, ਔਰ ਐਸਾ ਸੰਤ ਬਣਾਇਆ ਕਿ ਤੂੰ ਆਪ ਤੇ ਉਹ ਤਰਿਆ ਹੀ ਤਰਿਆ, ਉਹਨੂੰ ਦੂਜਿਆਂ ਨੂੰ ਤਾਰਨ ਵਾਲਾ ਬਣਾ ਦਿੱਤਾ। ਤੇ ਲੋਕ ਇਹ ਦੇਖਦੇ ਹਨ ਅਸੀਂ ਕੀ ਕਰ ਰਹੇ ਹਾਂ, ਤੇ ਗੁਰੂ ਜਾਂ ਪਰਮਾਤਮਾ ਇਹ ਦੇਖਦਾ ਅਸੀਂ ਕਰ ਕਿਉਂ ਰਹੇ ਹਾਂ, ਉਹਦੇ ਪਿੱਛੇ ਸਾਡੀ ਮਨਸ਼ਾ ਕੀ ਹੈ ਕਰਨ ਦੇ ਪਿੱਛੇ। ਤੇ ਉਹ ਮਨਸ਼ਾ ਜਿਹੜੀ ਹੈ ਸਾਡੀ, ਉਹੀ ਸਾਡਾ ਬੀਜ ਹੈ, ਉਹਨੂੰ ਹੀ ਫਲ ਲੱਗਦੇ ਹਨ। ਤੇ ਬੀਜ ਤੇ ਅਸੀਂ ਵਿਖ ਰਹੇ ਹਾਂ, ਬੀਜੇ ਵਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਓ, ਕਿ ਨਿਆਂ ਦੇਖੋ ਕੀ ਮੰਗਦਾ ਹੈ। ਬੀਜ ਤੇ ਵਿਖ ਦੇ ਬੀਜ ਰਿਹਾ ਹੈ, ਜ਼ਹਿਰ ਬੀਜ ਰਿਹਾ ਹੈ ਤੇ ਕਹਿ ਰਿਹਾ ਅੰਮ੍ਰਿਤ ਮੈਨੂੰ ਮਿਲੇ, ਤੇ ਇਹ ਤੇ ਹੋ ਹੀ ਨਹੀਂ ਸਕਦਾ, ਇਹ ਤੇ ਕੋਈ ਨਿਆਂ ਹੀ ਨਹੀਂ ਹੈ। ਐਸੇ ਲਈ ਫਰੀਦ ਜੀ ਨੇ ਕਿਹਾ, ਫਰੀਦਾ ਲੋੜੇ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ। ਕਹਿੰਦਾ ਹੈ ਕਿ ਮੈਨੂੰ ਬਹੁਤ ਹੀ ਵਧੀਆ ਅੰਗੂਰ ਮਿਲਣ, ਲੇਕਿਨ ਬੀਜ ਕਿਹਦੇ ਪਾ ਰਿਹਾ ਹੈ, ਕਿੱਕਰ ਦੇ ਬੀਜ ਪਾ ਰਿਹਾ ਹੈ। ਲੋੜੇ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਇਂਦਾ, ਪੈਦਾ ਲੋੜੇ ਪੱਟ। ਚਾਹੁੰਦਾ ਹੈ ਮੈਨੂੰ ਰੇਸ਼ਮੀ ਕੱਪੜੇ ਮਿਲਣ, ਲੇਕਿਨ ਕਰ ਕੀ ਰਿਹਾ ਹੈ, ਉਨ ਨੂੰ ਕੱਤ ਰਿਹਾ ਹੈ। ਫਰੀਦਾ ਲੋੜੇ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਇਂਦਾ, ਪੈਦਾ ਲੋੜੇ ਪੱਟ। ਬੀਜ ਕੋਈ ਹੋਰ ਪਾ ਰਿਹਾ ਹੈ ਤੇ ਫਸਲ ਕੋਈ ਹੋਰ ਮੰਗ ਰਿਹਾ, ਇਹ ਤੇ ਹੋ ਹੀ ਨਹੀਂ ਸਕਦਾ, ਇਹ ਤੇ ਕੁਦਰਤ ਦਾ ਨਿਆਂ ਹੀ ਨਹੀਂ ਹੈ। ਤੇ ਕਿਸੇ ਨੂੰ ਦੋਸ਼ ਦੇਣ ਦੀ ਬਜਾਏ ਅਸੀਂ ਆਪਣੇ ਅੰਦਰ ਝਾਤੀ ਮਾਰੀਏ। ਠੀਕ ਹੈ ਅਸੀਂ ਅੱਜ ਨਹੀਂ ਕੀਤਾ, ਲੇਕਿਨ ਅਸੀਂ ਕਰਕੇ ਆਏ ਹਾਂ ਜੋ ਅਸੀਂ ਭੋਗ ਰਹੇ ਹਾਂ, ਅਸੀਂ ਇਹ ਬੀਜ ਪਾਏ ਹਨ। ਤਾਂ ਹੀ ਫਰੀਦ ਜੀ ਕਹਿੰਦੇ ਹਨ, ਦੱਦੇ ਦੋਸ ਨਾ ਦੇਉ ਕਿਸੇ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਇਹ ਸਮਝਣਾ, ਇਹ ਆਪਣੇ ਅੰਦਰ ਉਤਾਰਨਾ ਬਹੁਤ ਔਖਾ ਹੈ, ਕਿਉਂਕਿ ਦੂਜੇ ਵੱਲ ਉਂਗਲੀ ਉਠਾਣਾ ਬਹੁਤ ਆਸਾਨ, ਉਹਦੀ ਵਜ੍ਹਾ ਕਰਕੇ ਹੋ ਰਿਹਾ, ਉਹਦੀ ਵਜ੍ਹਾ ਕਰਕੇ ਹੋ ਰਿਹਾ, ਲੇਕਿਨ ਨਹੀਂ, अपना ही मेरा दोष है, मेरे कर्मा दा दोष है। मैं ऐसे कर्म कीते हैं जेड़े मेरे सामने आके खड़े हो गए हैं। ये धरती जो है शरीर रूपी, एक कर्मा संदड़ा खेत है। जो कर्म कीते हैं, अखीर वो फसल पक के तैयार खड़ी हो जाएगी, वही कटनी पएगी, वही खानी पएगी। जो मैं किया सो मैं पाया, दोष ना दीजिए अवर जना। किसी दूजे नूं दोष देण दी लोड़ ही नहीं है, जो मैं कीता है वही मैं पाया है। ते जे असी आत्म चिंतन करिए, साधना करिए, गहराई नाल अपने अंदर झाती मार के देखिए, ते तां सानू अपने दोष पता चलणगे कि हाँ मैं गलतियां कीतियां, मैं ही कीता। लेकिन ओदे लई थोड़ा समय सानू चाहिदा है, साधना करनी है, अपने अंदर झाती मारनी है। दद्दे दोष ना देऊ किस्से, दोष कर्मा अपनिया, जो मैं किया सो मैं पाया, दोष ना दीजिए अवर जना। किसी का कोई दोष नहीं है, जो मैं कीता मैं वही पाया।
क्योंकि इत्थे करमी करमी होए विचार, सच्चा आप सच्चा दरबार। इत्थे ते असी संसार ते असी रिश्वत दे के हो सकदा छुट जाइए, धोखाधड़ी करिए और रिश्वत दे के छुट जाइए, लेकिन परमात्मा दे कार कर्मा कर्मा दा विचार हुंदा है, हर एक दा विचार कर्म दा हुंदा है, क्योंकि ओदा दरबार सच्चा है, वो आप भी सच्चा है। उत्थे कोई रिश्वत, कोई धोखाधड़ी, कोई हेरा फेरी नहीं चलती। उत्थे ते सानू साडा वीडियो दिखाया जाएगा वे उस टाइम तू है कीता, उस वेले असीं नहीं कह सकते मैं नहीं कीता, उत्थे सानू दिस रहा असीं कीता, असीं अंदरों की कीता, असीं उत्तों की कीता। इसलिए जिंदगी विच कोई भी समा कठिन आए, किसी नू दोष देने की बजाय अपनी साधना वधाइए, अपने अंदर बैठ के झाती मारिए कि मैं किन्ने पाप किते हैं जो मेरे ते समा आया है, ते मैं ही इहदा दोषी हाँ, मैं ही ये बीज पाए हैं, ए दुख दे बीज मैं ही बोए हैं और मैनू ही कटने पैने हैं। ते जे असी सबर रखांगे, अपनी साधना वधावांगे, ते परमात्मा अगे अरदास करांगे, परमात्मा अपने आप कोई ना कोई रस्ता बना देगा। ते जे असी दूजियां नू दोष देंदे रहांगे ते पिछले कर्म ते असी भोग ही रहे हां, असी होर नवे कर्म बना लांगे और फिर उन्हां नू भोगण लई असी इस चक्कर विच फसदे ही चले जावांगे। असी पिछले कर्म भोगन आए आ, असी वो समझ ना होण करके असी होर लोकां दी बुराई करके, दूजियां दी बुराई करके कि ओदी वजह नाल हो रहा, ओदी वजह नाल हो रहा, होर नवे कर्म बनांदे जावांगे ते इस चक्कर विच जन्म मरण दे फसदे चले जावांगे। असी इस चक्कर नू रोकना है, ਇਹਦੇ ਚੋਂ बाहर आना है। ते रोकन दा की तरीका है, जिस तरह कोई बंदा साइकिल चलांदा है, ਹੁਣ साइकिल चला रहा, ਹੁਣ साइकिल रोकनी है तो ਉਹਨੂੰ पैडल मारना बंद करना पेगा, पैडल मारना बंद करेगा ਤਾਂ ਵੀ थोड़ी दूर साइकिल चल के जाएगी। ਤੇ ਜੇ ਅਸੀਂ ਦੂਜਿਆਂ ਨੂੰ ਦੋਸ਼ ਦੇਣਾ ਬੰਦ ਕਰ ਦਾਂਗੇ ਤੇ ਹੌਲੀ ਹੌਲੀ ਉਹ ਸਾइकिल कर्मां ਦੀ रुक जाएगी। परमात्मा साडी मदद करेगा, सानू समझ आएगी कि मैं कीता, मैं पाया, हुण अगों मैं करना नहीं, ते जे मैं नवे बीज पाने नहीं ते फिर मैं वढ़ने की ने, फिर फसल कित्थों तैयार खड़ी होएगी, फिर तो फसल नहीं तैयार खड़ी होगी, क्योंकि मैं नवे बीज पा नहीं रहा। ते जे मैं बुराइयां कर करके दोष दे के दूजियां नू नवे बीज पांदा जावांगा ते फिर मैनू ओ साइकिल नू मैं पैडल मारदा जा रहा, तो ते वधदी जाएगी अगे। इस करके उत्थे कर्मा जो कीते, जिन्ने कीते ओ कर्म धर्म दे अनुसार देखे जाणगे कि ओ कर्म सही कीते कि नहीं कीते, ते उन्हां दा फल सानू भोगना ही पएगा। एक बहुत सोहनी साखी आंदी है, असी ज्यादा जिस वेले ए गल करदे हां कर्मां दी ते असी ज्यादा ਇਹ ਗੱਲ ਕਰਨੇ जो साडी जिंदगी च दुख आए ने ਉਹਦੇ ਕਰਕੇ ਅਸੀਂ ਕਰਮ ਭੋਗ ਰਹੇ ਹਾਂ, ਲੇਕਿਨ ਜਿਹੜੇ ਸਾਡੀ ਜ਼ਿੰਦਗੀ ਚ ਸੁੱਖ ਆਏ ਨੇ ਉਹ ਵੀ ਤੇ ਸਾਡੇ ਕਰਮਾਂ ਦੇ ਭੋਗ ਨੇ। ਉਹ ਜੋ ਅਸੀਂ ਚੰਗੇ ਕਰਮ ਕੀਤੇ ਹਨ ਉਹ ਕਰਮ ਅਸੀਂ ਭੋਗ ਰਹੇ ਹਾਂ, ਔਰ ਇੱਕ ਬੀਜ ਪਾਉਂਦੇ ਹਾਂ ਤੇ ਇੱਕ ਫਲ ਨਹੀਂ ਆਂਦਾ, ਫਿਰ ਅਨੇਕਾਂ ਅਸੰਖਾ ਫਲ ਆਉਂਦੇ ਨੇ। ਇੱਕ ਬੀਜ ਅਸੀਂ ਧਰਤੀ ਚ ਬੋਨੇ ਆ, ਫਿਰ ਉਹ ਜਿਸ ਵੇਲੇ ਪੇੜ ਬਣਦਾ ਹੈ, ਉਹ ਫਸਲ ਉਗਦੀ ਹੈ ਤੇ ਉਹ ਇੱਕ ਫਲ ਨਹੀਂ ਦਿੰਦੀ, ਉਹ ਹਜ਼ਾਰਾਂ ਫਲ ਦਿੰਦੀ ਔਰ ਦਿੰਦੀ ਹੀ ਚਲੀ ਜਾਂਦੀ ਹੈ, ਵੱਧਦੇ ਹੀ ਚਲੇ ਜਾਂਦੇ ਨੇ। ਤੇ ਐਸੇ ਤਰ੍ਹਾਂ ਅਸੀਂ ਜੋ ਸ਼ੁਭ ਕਰਮਾਂ ਦੇ ਬੀਜ ਪਾਉਂਦੇ ਆ ਉਹ ਵੀ ਵੱਧਦੇ ਚਲੇ ਜਾਂਦੇ ਨੇ, ਉਹ ਵੀ ਫਲ ਦਿੰਦੇ ਨੇ। ਅਸੀਂ ਹਮੇਸ਼ਾ ਕਰਮ ਸਿਧਾਂਤ ਨੂੰ ਦੁੱਖ ਨਾਲ ਜੋੜਦੇ ਹਾਂ, ਨਹੀਂ, ਸੁੱਖ ਜੋ ਅਸੀਂ ਭੋਗ ਰਹੇ ਹਾਂ ਉਹ ਵੀ ਸਾਡੇ ਕੀਤੇ ਹੋਏ ਕਰਮਾਂ ਦਾ ਹੀ ਫਲ ਹੈ। ਤੇ ਅਸੀਂ ਹੁਣ ਕਰਨਾ ਕੀ ਹੈ, ਅਸੀਂ ਹੁਣ ਸ਼ੁਭ ਕਰਮਾਂ ਦੇ ਬੀਜ ਪਾਉਂਦੇ ਜਾਣਾ ਹੈ। ਹੌਲੀ ਹੌਲੀ ਆਪਣੇ ਆਪ ਜਿਹੜੇ ਸਾਡੇ ਮਾੜੇ ਕਰਮ ਹਨ ਉਹ ਖਤਮ ਹੁੰਦੇ ਜਾਣਗੇ, ਕਿਉਂਕਿ ਅਸੀਂ ਸ਼ੁਭ ਕਰਮਾਂ ਦੇ ਬੀਜ ਪਾਉਂਦੇ ਜਾਵਾਂਗੇ। ਤੇ ਇਸ ਲਈ ਸਭ ਤੋਂ ਸੌਖਾ ਤਰੀਕਾ ਹੈ ਕਿ ਦੂਜਿਆਂ ਨੂੰ ਦੋਸ਼ ਦੇਣਾ ਬੰਦ ਕਰੋ। जो भी मेरी जिंदगी च हो रहा है मेरी जिम्मेदारी है, मैं दोषी हाँ। एक बहुत सुंदर कथा आंदी है, साहिब श्री गुरु गोबिंद सिंह जी जिस टाइम मथुरा गए, बहादुर शाह उन्हां दे नाल सी, तां साहिब श्री गुरु गोबिंद सिंह जी ने कहा बहादुर शाह नूं कि तैनूं देख के सानूं गुरु रामदास जी दी याद आ गई। ते बहादुर शाह बहुत हैरान होया कि मैनूं वेख के आप नूं गुरु रामदास जी दी याद किस तरह आई। ਤਾਂ ਸਾਹਿਬ श्री गुरु गोबिंद सिंह जी कहन लगे तैनू देख के सानू गुरु रामदास जी की याद आ रही है। तो बहादुर शाह ने कहा सच्चे पातशाह थोड़ा खोल के समझाओ, मैनू समझ नहीं आ रही कि मैनू देख के तुहानू श्री गुरु रामदास जी की याद किस तरह आ रही है। तो श्री गुरु गोबिंद सिंह जी ने दसिया कि श्री गुरु रामदास जी जिस टाइम कार सेवा करा रहे सी हरिमंदर की, तो उन्होंने बाबा बुढ़ा जी ने कहा कि साडे कोल टाइम घट है और काम बहुत ज्यादा हैं, ते तुसी मजदूर रख लो, पैसिਆਂ ਤੇ ਦਿਹਾੜੀ ਤੇ ਮਜ਼ਦੂਰ ਰੱਖ ਲੋ ਤੇ ਜਲਦੀ ਜਲਦੀ ਕੰਮ ਸਿਰੇ ਚੜੇ। ਤਾਂ ਦਿਹਾੜੀ ਤੇ ਮਜ਼ਦੂਰ ਰੱਖੇ, ਜਿੱਥੇ ਇੱਕ ਪਾਸੇ ਹਰੀ ਮੰਦਰ ਦੀ ਸੇਵਾ ਸੰਗਤ ਕਰ ਰਹੀ ਹੈ ਉੱਥੇ ਦੂਜੇ ਪਾਸੇ ਦਿਹਾੜੀ ਦੇ ਮਜ਼ਦੂਰ ਰੱਖ ਕੇ ਕੰਮ ਨੂੰ ਜਲਦੀ ਜਲਦੀ ਸਿਰੇ ਚੜਾਉਣ ਲਈ ਮਜ਼ਦੂਰਾਂ ਨੂੰ ਲਿਆਂਦਾ ਗਿਆ।
ਤੇ ਜਿਸ ਵੇਲੇ ਸ਼ਾਮ ਨੂੰ ਸਮੇਂ ਆਂਦਾ ਹੈ, ਜਿਸ ਵੇਲੇ ਸਾਰਾ ਦਿਨ ਸੇਵਾ ਹੋ ਜਾਂਦੀ ਹੈ, ਕੰਮ ਹੋ ਜਾਂਦਾ ਹੈ, ਤਾਂ ਦੋ ਲਾਈਨਾਂ ਬਣਦੀਆਂ ਹਨ। ਇੱਕ ਲਾਈਨ ਜਿਨ੍ਹਾਂ ਨੇ ਸਿਰਫ ਸੇਵਾ ਕੀਤੀ ਹੈ ਸੰਗਤੀ ਰੂਪ ਵਿੱਚ, ਉਹ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਉਸ ਲਾਈਨ ਵਿੱਚ ਮਿਲਦੇ ਹਨ ਤੇ ਗੁਰੂ ਜੀ ਉਹਨਾਂ ਨੂੰ ਵਰ ਦਿੰਦੇ ਹਨ। ਤੇ ਇੱਕ ਜਿਹੜੇ ਦਿਹਾੜੀ ਤੇ ਮਜ਼ਦੂਰ ਕੰਮ ਕਰਦੇ ਹਨ, ਉਹਨਾਂ ਨੂੰ ਬਾਬਾ ਬੁੱਢਾ ਜੀ ਦਿਹਾੜੀ ਦਿੰਦੇ ਹਨ। ਇਹ ਇਸ ਤਰ੍ਹਾਂ ਹੀ ਚੱਲਦਾ ਰਿਹਾ। ਤੇ ਇੱਕ ਬਹੁਤ ਗਰੀਬ ਬੰਦਾ ਸੀ, ਉਹਨੇ ਦੇਖਿਆ ਕਿ ਜਿਹੜੇ ਤੇ ਅਸੀਂ ਦਿਹਾੜੀ ਤੇ ਕੰਮ ਕਰਦੇ ਹਾਂ ਤੇ ਸਾਨੂੰ ਤੇ ਸਿਰਫ ਦਿਹਾੜੀ ਮਿਲਦੀ ਹੈ, ਤੇ ਜਿਹੜੇ ਸੇਵਾ ਕਰਦੇ ਹਨ ਤਨ ਮਨ ਧਨ ਨਾਲ, ਤੇ ਉਹਨਾਂ ਤੇ ਗੁਰੂ ਰਾਮਦਾਸ ਜੀ ਦੀ ਬੜੀ ਕਿਰਪਾ ਹੁੰਦੀ ਹੈ। ਉਹਨਾਂ ਨੂੰ ਬਹੁਤ ਵਾਰ ਦਿੰਦੇ ਹਨ, ਉਹਨਾਂ ਨੂੰ ਕਹਿੰਦੇ ਹਨ ਨਿਹਾਲ ਨਿਹਾਲ ਨਿਹਾਲ, ਤੇ ਸਾਨੂੰ ਸਿਰਫ ਤੇ ਦਿਹਾੜੀ ਮਿਲਦੀ ਹੈ। ਤਾਂ ਉਹਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਮੈਂ ਵੀ ਕੱਲ ਸੇਵਾ ਕਰਨੀ ਹੈ। ਹੁਣ ਉਹ ਸੇਵਾ ਕਰਨ ਦਾ ਮਤਲਬ ਹੈ ਨਹੀਂ ਕਿ ਮੈਂ ਆਰਾਮ ਨਾਲ ਆਵਾਂ ਤੇ ਆਰਾਮ ਨਾਲ ਜਾਵਾਂ ਤੇ ਜਲਦੀ ਚਲੇ ਜਾਵਾਂ, ਨਹੀਂ, ਉਹਨੂੰ ਇੰਨਾ ਚਾਹ ਚੜ ਗਿਆ ਸੇਵਾ ਕਰਨ ਦਾ ਕਿ ਕੱਲ ਮੈਂ ਵੀ ਸੇਵਾ ਕਰਨੀ ਹੈ। ਉਹ ਸਵੇਰੇ ਹੀ ਉੱਥੇ ਪਹੁੰਚ ਗਿਆ ਔਰ ਉਹਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਔਰ ਸਾਰਾ ਦਿਨ ਸੇਵਾ ਕਰਦਾ ਰਿਹਾ। ਜਿਸ ਵੇਲੇ ਸ਼ਾਮ ਦਾ ਟਾਈਮ ਆਇਆ ਤੇ ਉਹ ਉਸ ਲਾਈਨ ਵਿੱਚ ਲੱਗ ਗਿਆ ਜਿਹਦੇ ਵਿੱਚ ਸੰਗਤ ਜੋ ਸੇਵਾ ਕਰਨ ਵਾਲੀ ਲਾਈਨ 'ਚ ਲੱਗਦੀ ਸੀ। ਜਿਸ ਵੇਲੇ ਉਸ ਲਾਈਨ 'ਚ ਲੱਗਾ ਤੇ ਗੁਰੂ ਰਾਮਦਾਸ ਜੀ ਦੇ ਕੋਲ ਪਹੁੰਚਿਆ, ਉਹਦਾ ਨੰਬਰ ਆਇਆ, ਤਾਂ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਭਾਈ ਸਿੱਖਾ, ਤੂੰ ਅੱਜ ਗਲਤ ਲਾਈਨ ਵਿੱਚ ਲੱਗ ਗਿਆ, ਤੂੰ ਤੇ ਦਿਹਾੜੀ ਵਾਲੀ ਲਾਈਨ ਵਿੱਚ ਲੱਗਣਾ ਸੀ। ਤਾਂ ਉਹਨੇ ਕਿਹਾ ਨਹੀਂ ਸੱਚੇ ਪਾਤਸ਼ਾਹ, ਅੱਜ ਤੱਕ ਮੈਂ ਗਲਤ ਹੀ ਲਾਈਨ ਵਿੱਚ ਲੱਗਾ ਰਿਹਾ, ਅੱਜ ਪਹਿਲੀ ਵਾਰ ਸਹੀ ਲਾਈਨ ਵਿੱਚ ਲੱਗਾ ਹਾਂ। ਅੱਜ ਮੈਂ ਸੇਵਾ ਕੀਤੀ ਹੈ ਔਰ ਅੱਜ ਮੈਨੂੰ ਸੇਵਾ ਦਾ ਰਸ ਪਤਾ ਚੱਲਿਆ ਹੈ। ਤਾਂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਬਹੁਤ ਹੀ ਪ੍ਰਸੰਨ ਹੋਏ ਤੇ ਉਹਨਾਂ ਨੇ ਕਿਹਾ ਕਿ ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ, ਜਾ ਤੇਰਾ ਅੱਜ ਤੋਂ ਦਲਿੱਦਰ ਕੱਟ ਗਿਆ, तेरी गरीबी दूर हो गई, तेनू राज मिलेगा, निहाल निहाल निहाल। इन्ने वार लैके बहुत ही खुश होके जिस वेले बाहर आया ते ओदे मन विच यह गल आई कि अज जो मैं सेवा की है ते मेरी जिहड़ी गधी है जिहदे ते मैं वजन ढो ढो के इट्टां ढो के ले जांदा रहा, इन्ने भी ते उन्नी सेवा की है मेरे नाल जिन्नी मैं की। सारा दिन भी सेवा करती रही। फिर वो दौड़ के गुरु रामदास जी कोल गया और कहने लगा गुरु साहब, तुसी मैनू ते कहता कि तेनू राज मिलेगा, लेकिन जिन्नी सेवा मैं की उन्नी ते मेरी गधी ने भी सेवा की। ते गुरु जी ने कहा जा तेरी गधी भी निहाल। ते खुशी खुशी घर आ गया और घर आके हौली हौली ओदे दिन बदलने शुरू हो गए और दिन बदलने शुरू हो गए, ओदी गरीबी कट्टी गई, दलिद्दर कट्टिया गया। जिस वेले गुरु गोबिंद सिंह जी पातशाह ने यह बहादुर शाह नू साखी सुनाई ते बहादुर शाह कहने लगा ए ते ठीक है, तुसी जो किया वो ठीक है, लेकिन मेरा शंका निवृत्त करो कि तुहानू मैनू देख के गुरु रामदास जी दी याद किस तरह आई, एदा की राज है। श्री गुरु जी ने कहा कि वो जेड़ा सिख मजदूर सिख वो जिन्हें मजदूरी की और गुरु रामदास जी को वर लिया, वो तू है। तो बहादुर शाह ने दूजा सवाल किया, गुरु जी अगर मैं वो सिख हाँ, अज गुरु रामदास जी के वचन सदका मैनू राज मिलिया है, तो वो जिहड़ी गधी है वो कित्थे है? तो गुरु जी ने कहा वो तेरी बेगम बनी है ते तुसी राज भोग रहे हो गुरु रामदास जी के वर दा सदका। ते जे शुभ कर्म करते हाँ ते ओदा फल किन्ना मिलता है। ते इस वास्ते कर्म करन लग्या, बीज पान लग्या सोचना है कि असी किस तरह के बीज पा रहे हैं। जैसा बीज पावांगे वो आप ही कटना पड़ेगा। जेहा बीजे सो लुने कर्मा संदड़ा खेत। इस खेत विच जिहड़ा बीज पावांगे वो सानू वड्डना ही पेगा। ते दूजियां नू दोष देना बंद करिए ते अपने अंदर झाती मारिए, अपनी साधना वधाइए ते परमात्मा अगे अरदास करिए कि साडियां भुल्लां गलतियां जो भी असी कर्म कीते हन वो माफ करके सानू अगों राह मिले ते अगों असी शुभ कर्म करिए। सो जो मैनू समझ आया मैं तुहाडे सारियां नाल शेयर कीता। होर गहराई विच जाओ, होर ज्यादा तुहानू गुरबाणी चों समझ आएगी ते जो असी गुरबाणी सानू कह रही है उन्होंने असी जीवन च उतारना है। दूजियां नू दोष देना बंद करना है, अपनी जिम्मेदारी लैनी है ते आप अगों शुभ कर्मां दे बीज पाने हैं। इसे तरह होर विचार वटांदरा असी करते रहांगे। होर इस तरह के वीडियो देखने लई ध्यान ज्ञान संगम चैनल नू सबसक्राइब करो, अपने दोस्तां नाल रिश्तेदारां नाल इनू साझा करो और जुड़े रहो। ध्यान करो, ध्यान कराओ, बाणी पढ़ो, विचार करो ते जो बाणी कह रही है, जो गुरुआं ने सानू सिद्धांत दिते हैं उन्हां नू जीवन विच उतारिए।
ਜਦ ਤੱਕ ਜੀਵਨ ਵਿੱਚ ਨਹੀਂ ਉਤਾਰਾਂਗੇ ਤਦ ਤੱਕ ਸਾਡਾ ਜੀਵਨ ਨਹੀਂ ਬਦਲੇਗਾ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸਤਿ ਸ੍ਰੀ ਅਕਾਲ। ਧੰਨਵਾਦ ਧੰਨਵਾਦ ਧੰਨਵਾਦ।